ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਇਹ ਸ਼ੋਅ ਬਹੁਤ ਹੀ ਖਾਸ ਰਹੇਗਾ ਜੀ, ਕਿਉਂਕਿ ਬੜੀ ਖਾਸ ਇਨਫੋਰਮੇਸ਼ਨ ਕੁਝ ਸ਼ੇਅਰ ਕਰਨੀਆਂ ਨੇ ਤੁਹਾਡੇ ਨਾਲ ਸਟੂਡੈਂਟ ਵੀਜ਼ਾ ਨੂੰ ਲੈ ਕੇ। ਜੇ ਗੱਲ ਕਰੀਏ ਕੈਨੇਡਾ ਦੀ, ਤਾਂ ਬਹੁਤ ਵੱਡੇ ਪੱਧਰ 'ਤੇ ਰਿਫਿਊਜ਼ਲ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਕੇਸਿਸ ਰਿਫਿਊਜ਼ ਹੋ ਰਹੇ ਨੇ। ਇਹ ਨਹੀਂ ਮਾੜੀ ਪ੍ਰੋਫਾਈਲ ਆ, ਬੜੇ ਚੰਗੀ ਪ੍ਰੋਫਾਈਲਸ ਵੀ ਜਿਹੜੀਆਂ ਨੇ ਉਹ ਰਿਫਿਊਜ਼ ਕੀਤੀਆਂ ਜਾ ਰਹੀਆਂ। ਜੇ ਕਿਤੇ ਕੋਈ ਏਜੰਟ ਇਹ ਕਹਿ ਰਿਹਾ ਵੀ ਸਿਰਫ ਮੌਂਟਰੀਅਲ ਵਾਲੇ ਪ੍ਰਾਈਵੇਟ ਕਾਲਜ ਇਹ ਸਾਰੇ ਰਿਫਿਊਜ਼ ਹੋ ਰਹੇ ਨੇ, ਤਾਂ ਗਲਤ ਗੱਲ ਹੈ। ਹੋਰ ਪ੍ਰੋਵਿੰਸਿਸ ਦੇ ਵਿੱਚ ਵੀ ਜਿਹੜੇ ਸਰਕਾਰੀ ਈਵਨ ਕਾਲਜਸ ਨੇ ਉਹ ਵੀ ਪ੍ਰੋਫਾਈਲਸ ਰਿਫਿਊਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇਹਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਾਂਗੇ, ਅਤੇ ਨਾਲ ਦੀ ਨਾਲ ਜਿਹੜਾ ਬੱਚਾ ਹੁਣ ਰਿਫਿਊਜ਼ਲ ਤੋਂ ਡਰਦਾ ਵੀ ਚੰਗੀ ਪ੍ਰੋਫਾਈਲ ਵੀ ਰਿਫਿਊਜ਼ ਹੋ ਰਹੀ ਹੈ, ਹੋਰ ਆਪਸ਼ਨ ਲੈਣਾ ਚਾਹਵੇ ਤਾਂ ਕੀ ਉਹਦੇ ਕੋਲ ਹੋਰ ਆਪਸ਼ਨਸ ਨੇ ਜਾਂ ਸਿਰਫ ਕੈਨੇਡਾ ਹੀ ਜਾਣਾ ਪਏਗਾ। ਸਾਰੀ ਗੱਲਬਾਤ ਕਰਨ ਦੇ ਲਈ ਵਿਸ਼ਵਾਸ ਇੰਟਰਨੈਸ਼ਨਲ ਤੋਂ ਮੁਕੇਸ਼ ਜੀ ਮੇਰੇ ਨਾਲ ਮੌਜੂਦ ਨੇ। ਮੈਂ ਪਹਿਲੇ ਸਵਾਗਤ ਕਰਦੀ ਹਾਂ ਮੁਕੇਸ਼ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਮੁਕੇਸ਼ ਜੀ, ਪਹਿਲੇ ਤਾਂ ਰੀਜ਼ਨ ਜਾਣਨਾ ਚਾਹੁੰਦਾ ਕੀ ਰੀਜ਼ਨ ਰਿਹਾ ਵੀ ਇੱਕਦਮ ਹੀ ਜਦੋਂ ਲੋਕਡਾਊਨ ਤੋਂ ਬਾਅਦ ਓਪਨ ਹੁੰਦਾ ਸਾਰਾ ਕੁਝ ਤਾਂ ਇੱਕਦਮ ਰਿਫਿਊਜ਼ਲ ਹੋਣੀ ਸ਼ੁਰੂ ਹੋ ਜਾਂਦੀ। ਦੇਖੋ, ਟੈਕਨੀਕਲੀ ਤਾਂ ਇਹਦੇ ਪਿੱਛੇ ਰੀਜ਼ਨ ਜਾਣ ਪਾਉਣਾ ਇਟਸ ਕੁਆਇਟ ਡਿਫਿਕਲਟ, ਪਰ ਜਿੱਥੋਂ ਤੱਕ ਅਗਰ ਪ੍ਰੈਕਟੀਕਲ ਗਰਾਊਂਡ 'ਤੇ ਅਗਰ ਸੋਚੀਏ ਤਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕਾਫੀ ਟਾਈਮ ਤੋਂ ਹਾਈ ਕਮਿਸ਼ਨਸ ਦੇ ਕੋਲ ਕੰਮ ਸਟਕ ਹੋ ਗਿਆ ਸੀਗਾ, ਪ੍ਰੋਸੈਸ ਸਲੋ ਸੀਗੇ ਜਾਂ ਨਹੀਂ ਹੋ ਰਹੇ ਸੀਗੇ, ਔਰ ਮੈਨੂੰ ਲੱਗਦਾ ਕਿ ਕੋਈ ਫ਼ਰਕ ਵੀ ਨਹੀਂ ਪੈਂਦਾ ਉਹਨਾਂ ਨੇ ਕਿਹਾ ਵੀ ਸ਼ਾਇਦ ਬਹੁਤ ਜ਼ਿਆਦਾ ਅੱਛੇ ਲੈਵਲ 'ਤੇ ਅਸੈਸਮੈਂਟ ਜਾਂ ਬਹੁਤ ਡੀਪਲੀ ਜਾ ਕੇ ਕ੍ਰਾਸ ਚੈਕਿੰਗ ਨਹੀਂ ਹੋ ਰਹੀ ਪ੍ਰੋਫਾਈਲ ਨੂੰ ਅਸੈਸ ਕੀਤੇ ਬਿਨਾਂ ਹੀ ਸ਼ਾਇਦ ਰਿਫਿਊਜ਼ਲ ਦਿੱਤੀ ਜਾ ਰਹੀ ਹੈ, ਕਿਉਂਕਿ ਅਦਰਵਾਈਜ਼ ਦੇਰ ਇਜ਼ ਨੋ ਰੀਜ਼ਨ ਟੂ ਗਿਵ ਰਿਫਿਊਜ਼ਲ ਟੂ ਥੀਸ ਕਾਈਂਡ ਆਫ ਪ੍ਰੋਫਾਈਲਸ। ਕਿਹਾ ਜਾ ਰਿਹਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਲੱਗੀ ਹੋਈ ਹੈ ਜੀ, ਉਹਦੇ ਕਰਕੇ ਸਰ ਉਹਦਾ ਵੀ ਕੋਈ ਕ੍ਰਾਈਟੇਰੀਆ ਤਾਂ ਸੈੱਟ ਕੀਤਾ ਹੋਏਗਾ ਨਾ। ਹੁਣ 9 ਚੋਂ 10 ਬੈਂਡ ਵਾਲੇ ਨੂੰ ਵੀਜ਼ਾ ਦੇਣਗੇ, ਲੇਕਿਨ ਅਲਟੀਮੇਟਲੀ ਜਦ ਤੁਸੀਂ ਐਸਡੀਐਸ ਦਾ ਕ੍ਰਾਈਟੇਰੀਆ ਕਰਤਾ, ਮੈਰਿਟ ਬੇਸ ਦੇ ਉੱਪਰ ਐਡਮਿਸ਼ਨ ਕਰ ਦਿੱਤਾ, ਉਸ ਤੋਂ ਬਾਅਦ ਮੈਰਿਟ ਬੇਸ ਤੇ ਵੀ ਫਸਟ ਸੈਕਿੰਡ ਥਰਡ ਰੈਂਕਿੰਗ ਦੇ ਸਟੂਡੈਂਟ ਨੂੰ ਵੀ ਤੁਸੀਂ ਰਿਫਿਊਜ਼ਲ ਦੇ ਰਹੇ ਹੋ, ਤਾਂ ਵਾਟ ਇਜ਼ ਦਾ ਲੌਜਿਕ? ਮੇਰੀ ਜਸਟ ਹੁਣੇ ਹੀ ਕਿਤੇ ਗੱਲ ਹੋ ਰਹੀ ਸੀ ਆਪਣੇ ਸ਼ੋਅ ਤੋਂ ਪਹਿਲਾਂ ਕਿਸੇ ਕੰਸਲਟੈਂਟ ਦੇ ਨਾਲ। ਉਹ ਕਹਿੰਦੇ ਜੀ ਰਿਫਿਊਜ਼ਲ ਆਈ ਹੈ 7.5 ਬੈਂਡ, ਬੜੇ ਚੰਗੇ ਨੰਬਰ, 7.5 ਨਾਟ ਲੈਸ ਦੈਨ 7, ਮਾਸਟਰ ਕੀਤੀ ਹੋਈ ਸਰਕਾਰੀ ਕਾਲਜ ਔਰ ਨਾਰਥ ਵੇ ਦੇ ਵਿੱਚ ਪਾਇਆ, ਉਹ ਵੀ ਰਿਫਿਊਜ਼ ਕਰ ਦਿੱਤਾ। ਹੁਣ ਤੁਸੀਂ ਇੱਕ ਦੇਖੋ, ਅਗਰ ਐਸਾ ਕੋਈ ਸੌਫਟਵੇਅਰ ਜਾਂ ਐਸਾ ਕੋਈ ਸਿਸਟਮ ਉਹਨਾਂ ਨੇ ਜਿਹੜਾ ਇਨਵੈਂਟ ਕਰਕੇ ਲਗਾ ਦਿੱਤਾ ਔਰ ਉਹ ਐਸੇ ਪ੍ਰੋਫਾਈਲ ਨੂੰ ਐਸੇ ਕ੍ਰਾਈਟੇਰੀਆ ਨੂੰ ਅਗਰ ਰਿਫਿਊਜ਼ ਦੇ ਰਿਹਾ, ਤਾਂ ਫਿਰ ਇਸ ਤੋਂ ਥੱਲੇ ਤਾਂ ਕਦੀ ਸੋਚ ਹੀ ਨਹੀਂ ਸਕਦੇ ਵੀਜ਼ਾ ਆਏਗਾ। ਤਾਂ ਫਿਰ ਤਾਂ ਕੀ ਹੁਣ ਸਿਨੈਰੀਓ ਰਹੇਗਾ, ਕਿਉਂਕਿ ਮੇਰੇ ਹਿਸਾਬ ਨਾਲ ਲੱਖਾਂ ਦੇ ਵਿੱਚ ਫਾਈਲਾਂ ਹੋਣੀਆਂ ਸੀ ਜਿਹੜੀਆਂ ਬੇਸਿਕ ਕਰੀਬ 4-4.5 ਲੱਖ ਫਾਈਲ ਹੋਣੀ ਹੈ ਹਾਈ ਕਮਿਸ਼ਨ 'ਚ ਇਸ ਵੇਲੇ। 4-4.5 ਲੱਖ ਬੱਚਿਆਂ ਦਾ ਜਿਹੜਾ ਡਿਸੀਜ਼ਨ ਹੈ ਉਹ ਪੈਂਡਿੰਗ ਹੈ ਬਿਲਕੁਲ। ਕੀ ਉਮੀਦ ਕਰ ਸਕਦੇ ਹਾਂ? ਦੇਖੋ ਜੀ, ਜੋ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਇੱਕ ਵਾਰੀ ਮੈਕਸਿਮਮ ਜਿਹੜੀ ਹੈ ਬੜੇ ਅੱਛੇ ਲੈਵਲ ਤੱਕ ਰਿਫਿਊਜ਼ ਹੀ ਕਰਨਗੇ ਐਪਲੀਕੇਸ਼ਨਸ, ਕਿਉਂਕਿ ਜੋ ਕ੍ਰਾਈਟੇਰੀਆ ਹੈ ਜਿਹੜੇ ਪ੍ਰੋਫਾਈਲ ਨੂੰ ਰਿਫਿਊਜ਼ ਕੀਤਾ ਜਾ ਰਿਹਾ ਹੈ ਉਹ ਦੇਖੋ ਕੋਈ, ਕਿਉਂਕਿ ਕੈਨੇਡਾ ਦਾ ਬੜਾ ਸਿੱਧਾ ਜਿਹਾ ਕੰਮ ਹੈ, ਕੋਈ ਕੰਪਲੀਕੇਸ਼ਨਸ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਫਾਈਲ ਗਲਤ ਬਣ ਗਈ ਹੋਏਗੀ, ਫੰਡ ਘੱਟ ਲੱਗ ਗਏ, ਇਨਕਮ ਪ੍ਰੂਫ ਨਹੀਂ ਘੱਟ ਲੱਗ ਗਏ, ਪ੍ਰੋਪਰਟੀ ਵੈਲਿਊਏਸ਼ਨ ਘੱਟ ਸੀ, ਦੇਰ ਇਜ਼ ਨਥਿੰਗ ਲਾਈਕ ਦੈਟ। ਤਾਂ ਉਹ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇਹਨਾਂ ਦੀ ਫੋਰਨ ਮਿਨਿਸਟਰੀ ਦਾ ਡਿਸੀਜ਼ਨ ਹੋਏਗਾ, ਇੰਟਰਨਲ ਡਿਸੀਜ਼ਨ ਵਿੱਚ ਦੇ ਕੈਨ ਨਾਟ ਡਿਸਕਲੋਜ਼ ਓਪਨਲੀ, ਬਟ ਜਿਹੜਾ ਉਹਦਾ ਅਸਰ ਹੈ ਉਹ ਨਜ਼ਰ ਆ ਹੀ ਰਿਹਾ। ਅੱਛਾ, ਇਹਦੇ ਨਾ 2 ਰੀਜ਼ਨ ਜਿੰਨੇ ਕੁ ਮੈਨੂੰ ਸਮਝ ਆਏ, ਮੈਂ ਉਸ ਸਵਾਲ ਦੇ ਰੂਪ 'ਚ ਤੁਹਾਡੇ ਨਾਲ ਸਾਂਝੇ ਕਰਦਾ, ਤੁਸੀਂ ਆਪਣੀ ਐਕਸਪਰਟ ਰਾਏ ਜ਼ਰੂਰ ਦਿਓ ਉਹਦੇ 'ਤੇ। ਪਹਿਲਾ ਰੀਜ਼ਨ ਤਾਂ ਇਹ ਰਿਹਾ ਵੀ ਜਿਵੇਂ ਕਿਊਬੈਕ ਦੇ ਵਿੱਚ ਪਹਿਲਾਂ ਸਸਪੈਂਡ ਹੋ ਜਾਂਦੇ ਆ ਕਾਲਜ, ਫਿਰ ਉਹਨਾਂ ਦੀ ਇਨਕੁਆਇਰੀ ਸ਼ੁਰੂ ਹੁੰਦੀ ਹੈ, ਉਸ ਤੋਂ ਬਾਅਦ ਰਿਜ਼ਲਟ ਲੇਟ ਹੁੰਦੇ ਆ, ਅਤੇ ਬੱਚਿਆਂ ਵੱਲੋਂ ਕਾਫੀ ਧਰਨੇ ਜਾਂ ਪ੍ਰਦਰਸ਼ਨ ਵੀ ਕੀਤੇ ਜਾਂਦੇ ਆ ਵੀ ਸਾਡੇ ਰਿਜ਼ਲਟ ਲੇਟ ਹੋ ਰਹੇ ਆ। ਫਿਰ ਉਹਨਾਂ ਤੋਂ ਇੱਕ ਮੇਲ ਆਉਂਦੀ ਹੈ ਜੀ ਆਪਣੀ ਨਵੀਂ SOP ਦਿਓ, ਅਕਾਊਂਟ ਸਟੇਟਮੈਂਟ ਦੇ ਦਿਓ, ਫਾਈਨੈਂਸ਼ੀਅਲਸ ਦਿਓ, ਏਜੰਟ ਡਿਟੇਲ ਦਿਓ ਐਂਡ ਆਲ, ਕਾਫੀ ਕੁਝ ਮੰਗਿਆ ਜਾਂਦਾ। ਉਸ ਸਥਿਤੀ 'ਚ ਕਈ ਮੌਂਟਰੀਅਲ ਵਾਲੇ ਬੱਚੇ ਉਹ ਸੀ ਜਿਨ੍ਹਾਂ ਨੇ ਪੈਕੇਜ ਸਿਸਟਮ 'ਚ ਅਪਲਾਈ ਕੀਤਾ ਸੀ, ਉਹਨਾਂ ਕੋਲ ਫੀਸ ਵਗੈਰਾ ਦਾ ਨਹੀਂ ਸੀ ਸਿਸਟਮ। ਕੀ ਉਹ ਕਾਰਨ ਰਿਹਾ? ਅਤੇ ਇਹਨੂੰ ਦੇਖਦੇ ਹੋਏ ਬਾਕੀ ਪ੍ਰੋਵਿੰਸਿਸ ਨੇ ਵੀ ਸ਼ੁਰੂ ਕਰ ਦਿੱਤਾ। ਕੀ ਇਹਦੇ 'ਚ ਮੰਨਣਾ ਤੁਹਾਡਾ? ਦੇਖੋ, ਮੈਂ ਕਿਸੇ ਹੱਦ ਤੱਕ ਇਸ ਗੱਲ ਨਾਲ ਤੁਹਾਡੀ ਸਹਿਮਤ ਹਾਂ, 100% ਐਗਰੀ ਕਰਾਂਗਾ ਕਿ ਬੇਸਿਕਲੀ ਕੀ ਹੈ ਕਿ ਅਗਰ ਗਵਰਨਮੈਂਟ ਆਫ ਕੈਨੇਡਾ ਨੇ, ਇਮੀਗ੍ਰੇਸ਼ਨ ਆਫ ਕੈਨੇਡਾ ਅਗਰ ਐਨਾਲਾਈਜ਼ ਕਰੇਗੀ, ਇਨਡੀਡ ਅਗਰ ਅਸੀਂ ਵੀ ਐਨਾਲਾਈਜ਼ ਕਰਾਂਗੇ, ਤਾਂ ਬੱਚਾ ਇੱਥੋਂ ਪ੍ਰੈਕਟੀਕਲੀ ਪੜ੍ਹਨ ਨਹੀਂ ਜਾਂਦਾ। ਬੱਚੇ ਦਾ ਮਸਲਾ ਕੀ ਹੈ ਕਿ ਜੀ ਕੈਨੇਡਾ ਪਹੁੰਚ ਜਾਵਾਂ, 2 'ਚ 5.5 ਹੋਣ ਪਹੁੰਚ ਜਾਵਾਂ, ਲੋ ਪਰਸੈਂਟੇਜ ਹੋਏ ਪਹੁੰਚ ਜਾਵਾਂ, ਅਤੇ ਮੈਂ ਪੈਸੇ ਨਾ ਦੇਵਾਂ, ਪੈਸੇ ਬਾਅਦ 'ਚੋਂ ਦੇਵਾਂ। ਹੁਣ ਲੋਕਾਂ ਨੇ ਐਡਜਸਟਮੈਂਟ ਕੀਤੀ ਹੋਈ ਹੈ, ਵੱਡੇ ਇਨਵੈਸਟਰ ਸਾਡੀ ਇੰਡਸਟਰੀ ਦੇ ਵਿੱਚ ਆ ਗਏ ਆ, ਜਿਨ੍ਹਾਂ ਨੇ ਕਾਲਜਸ ਵੀ ਹੈਗੇ ਆ ਲੋਕਾਂ ਦੇ, ਔਰ ਜਾਂ ਕਾਲਜਸ ਨਾਲ ਇਕੱਠੀਆਂ ਸੀਟਾਂ ਖਰੀਦਦੇ, ਮਤਲਬ ਹਰ ਚੀਜ਼ ਮੈਨੂਪੂਲੇਟ ਹੋ ਰਹੀ ਹੈ। ਕੀ ਇਹ ਚੀਜ਼ਾਂ ਹਾਈ ਕਮਿਸ਼ਨ ਜਾਂ ਗਵਰਨਮੈਂਟ ਤੱਕ ਨਹੀਂ ਪਹੁੰਚਦੀਆਂ? ਨਹੀਂ, ਇਹ ਜਦੋਂ ਪਹੁੰਚੀਆਂ ਤਾਂ ਹੀ ਤਾਂ ਕਿਊਬਿਕ ਦਾ ਪਟਾਕਾ ਵੱਜਿਆ ਨਾ ਜੀ। ਇਹ ਪਹੁੰਚੀਆਂ ਤਾਂ ਹੀ ਵੱਜਿਆ ਪਟਾਕਾ, ਤਾਂ ਹੀ ਇਹ ਚੀਜ਼ਾਂ ਬੱਚਿਆਂ ਨੂੰ ਫੇਸ ਕਰਨੀਆਂ ਪਈਆਂ, ਤਾਂ ਹੀ ਰਿਜ਼ਲਟ ਜਿਹੜੇ ਹੈ
ਸਟਕ ਰਹੇ ਹੈ, ਤਾਂ ਹੀ ਕਰਕੇ ਵੱਡੇ ਪੱਧਰ ਤੇ ਰਿਫਿਊਜ਼ਲ ਆਈ। ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਡਿਊ ਟੂ ਪੈਂਡੇਮਿਕ ਔਰ ਹੁਣ ਤਾਂ ਕੈਨੇਡਾ ਬੜੇ ਖੁੱਲੇ ਵੀਜ਼ੇ ਵੰਡੇਗਾ, ਕੈਨੇਡਾ ਨੇ ਬਾਰਡਰਸ ਵੀ ਬੰਦ ਕਰ ਦਿੱਤੇ, ਬੜਾ ਕੁਝ ਹੋਇਆ ਸੁਣਨ ਚ, ਲੇਕਿਨ ਉਹ ਬਿਲਕੁਲ ਆਪੋਜ਼ਿਟ ਰਿਜ਼ਲਟ ਸਾਹਮਣੇ ਆ ਰਹੇ ਆ। ਠੀਕ ਹੈ, ਬਾਰਡਰਸ ਕਲੋਜ਼ ਕਰ ਦਿੱਤੇ, ਹਲੇ ਖੁੱਲਨੇ ਨਹੀਂ ਖੁੱਲਨੇ ਜੁਲਾਈ ਨੂੰ, ਨੋਬਡੀ ਨੋਸ। ਠੀਕ ਹੈ, ਔਰ ਵੀਜ਼ਾ ਰਿਫਿਊਜ਼ਲ ਕਰ ਦਿੱਤੀ ਜਿਨ੍ਹਾਂ ਦੀ ਸਟੈਂਪਿੰਗ ਦੀ ਰਿਕੁਐਸਟ ਆਈ ਹੋਈ ਹੈ, ਹੁਣ ਪ੍ਰੋਸੈਸ ਸਲੋ ਹੈ। ਤਾਂ ਮੈਨੂੰ ਲੱਗਦਾ ਕਿ ਇੱਕ ਵਾਰੀ ਇਹਨਾਂ ਨੇ ਸ਼ਾਇਦ ਇਹੀ ਮਨ 'ਚ ਧਾਰਿਆ ਹੋਏਗਾ ਕਿ ਵੀ ਇੱਕ ਵਾਰ ਸਾਰਾ ਸਟ੍ਰੀਮਲਾਈਨ ਕਰਕੇ ਔਰ ਨਵੇਂ ਸਿਰੇ ਤੋਂ ਇੱਕ ਵਾਰ ਸਭ ਗੰਦਗੀ ਕੱਢ ਕੇ, ਔਰ ਉਹ ਗੰਦਗੀ ਦੇ ਵਿੱਚ ਕੀ ਹੈ ਕਿ ਬੇਸਿਕਲੀ ਜਿਹੜਾ ਇੰਪੈਕਟ ਗਿਆ ਨਾ ਗਵਰਨਮੈਂਟ ਆਫ ਕੈਨੇਡਾ ਕੋਲ, ਉਹ ਨੈਗੇਟਿਵ ਗਿਆ। ਤੁਸੀਂ ਇਹ ਦੇਖੋ, ਇਹੀ ਹਾਲ ਯੂਕੇ ਦਾ, ਇਹੀ ਹਾਲ ਪੰਜਾਬ ਦਾ ਹੈ। ਪੰਜਾਬ ਦੇ ਸਟੂਡੈਂਟ ਨੂੰ ਜਾਂ ਹਰਿਆਣਾ ਦੇ ਸਟੂਡੈਂਟ ਨੂੰ ਲੈ ਕੇ ਅਗਰ ਤੁਸੀਂ ਗੱਲ ਕਰੋ, ਕੋਈ ਵੀ ਕੰਟਰੀ ਚੱਕ ਲਓ ਅਮਨ ਭਾਜੀ, ਕੋਈ ਵੀ ਕੰਟਰੀ ਚੱਕ ਲਓ, ਅਗਰ ਨਾਰਥ ਇੰਡੀਆ ਦੇ ਵਿੱਚ ਇਹ ਜਿਹੜੇ 2-3 ਰੀਜ਼ਨ ਹੈ, ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ, ਹੁਣ ਅਸੀਂ ਯੂਕੇ ਜਿਸ ਤਰ੍ਹਾਂ ਬਹੁਤ ਵਧੀਆ ਕਰਦੇ ਹਾਂ। ਯੂਕੇ ਦੇ ਵਿੱਚ 90% ਯੂਨੀਵਰਸਿਟੀਜ਼ ਕਹਿੰਦੀਆਂ ਕਿ ਹਰਿਆਣਾ ਪੰਜਾਬ ਦੇ ਬੱਚੇ ਨੂੰ ਆਪਾਂ ਐਕਸੈਪਟ ਹੀ ਨਹੀਂ ਕਰਨਾ, ਔਰ 10% ਯੂਨੀਵਰਸਿਟੀਜ਼ ਕਹਿੰਦੀਆਂ ਕਿ ਆਇਲਸ ਵੇਵਰ ਨਹੀਂ ਦੇਣੀ, ਜਦਕਿ ਐਜ਼ ਪਰ ਰੂਲਸ ਆਇਲਸ ਇਜ਼ ਨਾਟ ਮੈਂਡੇਟਰੀ ਫॉर ਯੂਕੇ। ਤਾਂ ਉਹ ਸਾਰੇ ਬੇਸਿਕਲੀ ਇੰਪੈਕਟ ਜਿਹੜਾ ਸਟੂਡੈਂਟ ਪਾਸਟ ਦੇ ਵਿੱਚ ਜੋ ਸਾਡੇ ਰਿਜ਼ਲਟਸ ਜਾਂ ਜੋ ਸਾਡਾ ਇੰਪੈਕਟ ਜਾਂਦਾ ਨਾ, ਉਹਦਾ ਜਿਹੜਾ ਫਿਊਚਰ ਲਈ ਜਾਂ ਜਿਹੜੇ ਹੁਣ ਜਿਸ ਤਰ੍ਹਾਂ ਫਰਦਰ ਜਿਹੜੇ ਬੱਚਿਆਂ ਨੇ ਜਾਣਾ, ਉਹਨਾਂ ਦੇ ਉੱਪਰ ਬੜਾ ਇੱਕ ਨੈਗੇਟਿਵ ਅਸਰ ਪੈਂਦਾ। ਇਹ ਤਾਂ ਬਿਲਕੁਲ ਪਹਿਲੀ ਗੱਲ ਹੈ ਜੋ ਤੁਸੀਂ ਬੜੀ ਡੀਪਲੀ ਸਮਝਾਈ ਬਰੀਫ ਦੇ ਵਿੱਚ, ਉਮੀਦ ਕਰਦੇ ਹਾਂ ਤੁਹਾਨੂੰ ਸਮਝ ਵੀ ਆਈ ਹੋਏਗੀ। ਦੂਜਾ ਰੀਜ਼ਨ ਜਿਹੜਾ ਮੇਰੇ ਸਮਝ ਆਉਂਦਾ ਉਹ ਇਹ ਹੈ ਵੀ ਅੱਜ ਵੀ ਬੱਚਾ ਤੁਹਾਡੇ ਕੋਲ ਜ਼ਿਆਦਾ ਆਉਂਦੇ ਬੱਚੇ ਵੀ, ਪੈਰੈਂਟਸ ਵੀ, ਪਹਿਲੀ ਡੈਸਟੀਨੇਸ਼ਨ ਸਿਰਫ ਕੈਨੇਡਾ ਸੋਚ ਕੇ ਆਉਂਦਾ ਘਰੋਂ। ਬਿਲਕੁਲ, ਹਰ ਪ੍ਰੋਫਾਈਲ ਵਾਈਜ਼ ਅਸੀਂ ਗੱਲ ਕਰਦੇ ਹਾਂ ਵੀ ਡੈਸਟੀਨੇਸ਼ਨ ਅਲੱਗ-ਅਲੱਗ ਨੇ। ਕਿਸੇ ਨੂੰ USA ਜਿਹੜਾ ਵੀਜ਼ਾ ਮਿਲ ਸਕਦਾ, ਕਿਸੇ ਨੂੰ UK ਦਾ, ਕਿਸੇ ਨੂੰ ਆਸਟ੍ਰੇਲੀਆ ਦਾ, ਹਰ ਕੋਈ ਕੈਨੇਡਾ ਲਈ ਐਲੀਜੀਬਲ ਨਹੀਂ ਬਣਦਾ। ਬਟ ਕਿਤੇ ਨਾ ਕਿਤੇ ਇੱਕ ਵਾਰੀ ਟਰਾਈ ਕਰ ਲੈਂਦੇ ਆ ਜੀ, ਇੱਕ ਵਾਰੀ ਲਾ ਕੇ ਦੇਖ ਲਓ ਜੀ, ਫਿਰ ਅਗਲਾ ਦੇਖ ਲਾਂਗੇ ਜੀ, ਉਹ ਵੀ ਰੀਜ਼ਨ ਦੇਖਦੇ। ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਜਦੋਂ ਕੰਸਲਟੈਂਟ ਜਾਂ ਕੰਪਨੀਜ਼, ਜਿਸ ਤਰ੍ਹਾਂ ਕਿ ਮੈਂ ਹੁਣੇ ਗੱਲ ਕੀਤਾ ਕਿ ਬਹੁਤ ਵੱਡੇ ਇਨਵੈਸਟਰ ਇਸ ਇੰਡਸਟਰੀ 'ਚ ਆ ਗਏ ਆ, ਉਹਨਾਂ ਨੇ ਕਿਸੇ ਨਾ ਕਿਸੇ ਸਿਸਟਮ ਨੂੰ ਕੈਪਚਰ ਕਰ ਲਿਆ। ਬੱਚੇ ਨੂੰ ਅਗਰ ਇੰਨਾ ਲੀਨੀਅੰਸ ਦੇਖੋ, ਅਗਰ ਇੱਕ ਹੁਣ ਪ੍ਰੋਸੈਸ ਅਗਰ ਜੋ ਇੱਕ ਹਾਰਡ ਹੋਏਗਾ, ਠੀਕ ਹੈ, ਹੁਣ ਫੋਰ ਐਗਜ਼ਾਮਪਲ ਅਗਰ ਮੈਂ ਇੱਕ ਦੇਸੀ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂ ਤੇ ਪੁਲਿਸ ਦੀ ਭਰਤੀ ਜਿਹੜੀ ਹੁੰਦੀ ਹੈ ਔਰ ਕਮਾਂਡੋ ਦੀ ਟ੍ਰੇਨਿੰਗ ਹੁੰਦੀ ਹੈ, ਉਹਦੇ 'ਚ ਬਹੁਤ ਵੱਡਾ ਡਿਫਰੈਂਸ ਹੁੰਦਾ, ਬਟ ਉਹ ਤਿਆਰ ਵੀ ਉਸੇ ਹਿਸਾਬ ਨਾਲ ਹੁੰਦੇ ਆ ਜਿਹੜੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਏ। ਇੱਥੇ ਵੀ ਕੀ ਹੁੰਦਾ, ਕੈਨੇਡਾ ਨੂੰ ਪਤਾ, ਬੱਚੇ ਨੂੰ ਪਤਾ ਕਿ ਕੈਨੇਡਾ 'ਚ ਇੰਟਰਵਿਊ ਨਹੀਂ ਹੈ, ਬੱਚੇ ਨੂੰ ਪਤਾ ਕਿ ਯਾਰ ਅਗਰ 1 'ਚ 5.5 ਹੈ, 2 'ਚ 5.5 ਹੈ, ਮੈਂ ਪ੍ਰਾਈਵੇਟ ਕਾਲਜ ਨਿਕਲ ਜਾਊਂਗਾ। ਬੱਚੇ ਨੂੰ ਪਤਾ ਕਿ ਮੇਰੇ ਕੋਲੋਂ ਫੀਸ ਆਫਟਰ ਵੀਜ਼ਾ ਦਾ ਪ੍ਰੋਸੈਸ ਕੋਈ ਵੀ ਕੰਸਲਟੈਂਟ, ਕੋਈ ਵੀ ਕੰਪਨੀ ਆਰਾਮ ਨਾਲ ਕਰ ਲੇਗੀ, ਤੇ ਦੇ ਆਰ ਆਲਵੇਜ਼ ਰੈਡੀ ਟੂ ਟੇਕ ਚਾਂਸ। ਕੋਈ ਵੀ ਲੈ ਲੂਗਾ, ਅਗਲਾ ਕਹਿੰਦਾ ਕਿਉਂ ਨਹੀਂ ਲਊਗਾ। ਮੈਂ ਨਾ ਦੇਖ ਰਿਹਾ ਸੀ ਕਿਸੇ ਕੰਸਲਟੈਂਟ ਵੀਰ ਨੂੰ ਗੱਲ ਕਰਦੇ, ਉਹਨੇ ਬੱਚੇ ਨੂੰ ਬੜਾ ਕਿਹਾ ਵੀ USA ਤੇਰੇ ਲਈ ਚਾਂਸ ਅੱਛਾ ਬਣਦਾ, ਤੇਰੀ ਪ੍ਰੋਫਾਈਲ ਬਹੁਤ ਅੱਛੀ ਹੈ, ਯੂਨੀਵਰਸਿਟੀਜ਼ ਬੜੀਆਂ ਟੌਪ ਦੀਆਂ ਨੇ, ਤੈਨੂੰ USA ਵੀਜ਼ਾ ਮਿਲ ਸਕਦਾ, ਤੂੰ ਕੌਨਫੀਡੈਂਟ ਵੀ ਹੈ, ਤੇਰੀ ਇੰਗਲਿਸ਼ ਵੀ ਵਧੀਆ। ਬਟ ਬੱਚੇ ਨੇ ਕਿਤੇ ਨਾ ਕਿਤੇ ਉਹ ਗੱਲਾਂ ਇਗਨੋਰ ਕਰਦੇ। ਇੱਕੋ ਹੀ ਗੱਲ ਹੋ ਰਹੀ ਸੀ ਵੀ ਸਰ ਇੱਕ ਵਾਰੀ ਕੈਨੇਡਾ ਲਾ ਦਿਓ। ਕੀ ਦੇਖਦੇ ਹੋ ਇਸ ਚੀਜ਼ ਸਰ, ਉਹਦਾ ਨਾ ਮਾਈਂਡ ਸੈਟ ਹੈ ਬੇਸਿਕਲੀ, ਇੰਟਰਨਲੀ ਜਿਹੜੇ ਬੱਚੇ ਦੀ ਸਟਰੈਂਥ ਹੈ, ਲੈਵਲ ਆਫ ਕੌਨਫੀਡੈਂਸ ਹੈ ਨਾ, ਉਹ ਵੀਕ ਹੈ। ਔਰ ਫਿਰ ਅਗਰ ਆਪਾਂ US ਦੀ ਗੱਲ ਕਰੀਏ, ਟੱਚਵੁੱਡ ਬਾय ਦ ਗ੍ਰੇਸ ਆਫ ਗॉड ਵੀ ਆਰ ਡੂਇੰਗ US ਐਜ਼ ਵੈਰੀ ਵੈਲ, ਲੇਕਿਨ ਪਰ ਉਹ ਜਿੱਥੇ ਧਾਰਨਾ ਬਣ ਗਈ ਵੀ USA ਇੰਟਰਵਿਊ ਲੈਂਦਾ ਤੇ ਉਹ ਰਿਫਿਊਜ਼ ਕਰ ਦਿੰਦਾ ਔਰ ਰਿਫਿਊਜ਼ ਕਰ ਦਿੰਦਾ। ਤੇ ਉਹ ਇੱਕ ਚੀਜ਼ ਹੁਣ ਤੁਸੀਂ ਯੂ ਵੋਂਟ ਬਿਲੀਵ ਕਿ ਅਸੀਂ, ਮੈਂ ਹਲੇ ਕੱਲ ਪਰਸੋਂ ਆਪਣੇ ਚੈਨਲ ਤੇ, ਆਪਣੇ YouTube ਚੈਨਲ ਤੇ ਰਿਕਾਰਡਿੰਗ ਕੀਤੀ, ਐਡੀਟਿੰਗ ਹੋ ਕੇ ਪਾਉਣ ਲਈ, ਅਸੀਂ ਇਨਫੈਕਟ USA ਫੁੱਲ ਪੇਮੈਂਟ ਆਫਟਰ ਵੀਜ਼ਾ ਕਰਨ ਜਾ ਰਹੇ ਹਾਂ। ਠੀਕ ਹੈ, ਜਦਕਿ ਲੋਕਾਂ ਨੂੰ ਇੱਥੇ ਪ੍ਰੈਕਟਿਸ ਹੈ ਹੀ ਨਹੀਂ USA ਦੀ। 90% ਕੰਸਲਟੈਂਟਸ ਜਿਹੜੇ ਹੈ, ਦੇ ਆਰ ਨਾਟ ਅਵੇਅਰ ਅਬਾਊਟ US, what is I-20, what is DS-160, how we can fill the DS-160 and how much time it will take to get offer letter, what are the requirements for offer letter, ਕਿੱਦਾਂ ਵੀਜ਼ਾ ਲੈਣਾ, ਕੀ ਟੈਕਟ ਹੋਣੇ ਚਾਹੀਦੇ ਆ ਬੱਚੇ ਦਾ, ਡਰੈਸਿੰਗ ਸੈਂਸ ਕਿੱਦਾਂ ਦਾ ਹੋਣਾ ਚਾਹੀਦਾ, ਉਹ ਸਾਰੀਆਂ ਚੀਜ਼ਾਂ। ਔਰ ਅਗਰ ਕਿਉਂਕਿ ਉਹਦਾ ਇੱਕ ਰੀਜ਼ਨ ਵੀ ਹੈ, ਉਹਦਾ ਰੀਜ਼ਨ ਇਹ ਹੈ, ਅਗਰ ਇੱਕ ਵਾਰ ਬੱਚੇ ਦਾ ਰਿਫਿਊਜ਼ਲ ਆ ਗਿਆ ਤੇ ਘੱਟੋ ਘੱਟ 70-75 ਹਜ਼ਾਰ ਰੁਪਏ ਬੱਚੇ ਦਾ ਮਿਨੀਮਮ ਹੈ ਜਿਹੜਾ ਜੈਨੂਇਨ ਐਕਸਪੈਂਸਿਸ ਹੈ। ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਭਰਾ 25-30 ਹਜ਼ਾਰ ਰੁਪਏ ਆਪ ਦੇ ਵੀ ਲੈ ਲੈਂਦੇ ਆ, ਤੇ ਠੀਕ ਹੈ, ਅਗਲਾ ਕਹਿੰਦਾ ਯਾਰ ਲੱਖ ਰੁਪਏ ਮੇਰੇ ਖਰਾਬ ਹੋ ਗਏ, ਤਾਂ ਨੋਬਡੀ ਵਾਂਟ ਟੂ ਟੇਕ ਰਿਸਕ। ਔਰ ਔਨ ਅਦਰ ਸਾਈਡ ਕੈਨੇਡਾ ਦੇ ਅੰਦਰ ਉਹਨੂੰ ਸਾਰੀ ਫੈਸਿਲਿਟੀਜ਼ ਮਿਲ ਰਹੀਆਂ, ਫੀਸ ਨਹੀਂ ਦੇਣੀ, ਪੇਪਰ ਵਰਕ ਜ਼ਿਆਦਾ ਨਹੀਂ ਕਰਨਾ, ਇੰਟਰਵਿਊ ਦੀ ਪ੍ਰੈਪਰੇਸ਼ਨ ਨਹੀਂ ਕਰਨੀ, ਕੋਈ ਇੰਟਰਵਿਊ ਫੇਸ ਨਹੀਂ ਕਰਨਾ, ਕੁਝ ਵੀ। ਤਾਂ ਦਿਸ ਇਜ਼ ਦਾ ਮੇਨ ਰੀਜ਼ਨ। ਹੁਣ US ਨੂੰ ਲੈ ਕੇ ਤੁਸੀਂ ਕਹਿੰਦੇ ਵੀ ਐਕਸਪੀਰੀਅੰਸ ਬੰਦੇ ਨਹੀਂ ਜਾਂ ਕਰਨਾ ਨਹੀਂ ਆਉਂਦਾ ਜਾਂ ਉਹਦੇ 'ਚ ਮਾਸਟਰੀ ਨਹੀਂ ਹੈਗੀ ਜੇ ਗੱਲ ਕਰੀਏ,
ਵਿਸ਼ਵਾਸ ਇੰਟਰਨੈਸ਼ਨਲ ਦੀ ਗੱਲ ਕਰੀਏ, ਅੱਜ USA ਪ੍ਰਮੋਟ ਬਹੁਤ ਹੋ ਰਿਹਾ, ਹਰ ਕੋਈ ਕਰ ਰਿਹਾ ਜੀ। ਕਿਵੇਂ ਦੇਖਦੇ ਹੋ ਜੇ ਤੁਸੀਂ ਗਿਣਦੇ ਹੋ ਵੀ ਮਾਸਟਰੀ ਹੈ ਤੁਹਾਡੀ, ਕੀ USA ਅੱਜ ਦੀ ਡੇਟ 'ਚ ਬੱਚਿਆਂ ਨੂੰ ਵੀਜ਼ਾ ਦੇ ਰਹੇ? ਜੇ ਦੇ ਰਿਹਾ ਤਾਂ ਕਿਹੜੀ ਪ੍ਰੋਫਾਈਲ ਨੂੰ ਦੇ ਰਿਹਾ? ਸੋ ਦੇਖੋ, ਬੇਸਿਕਲੀ USA ਦਾ ਜਿਹੜਾ ਕਨਸੈਪਟ ਨਾ, ਦੈਟ ਇਜ਼ ਟੋਟਲੀ ਆਪੋਜ਼ਿਟ ਫਰਮ ਕੈਨੇਡਾ। ਦੈਟ ਇਜ਼ 100% ਬੇਸਡ ਔਨ ਇੰਟਰਵਿਊ। ਔਰ ਇੰਟਰਵਿਊ ਦੇ ਅੰਦਰ ਵੀ ਨਾ ਲੋਕਾਂ ਦੀ, ਸਪੈਸ਼ਲੀ ਪੰਜਾਬੀ ਸਟੂਡੈਂਟਸ ਦੀ ਇੱਕ ਮਨ 'ਚ ਧਾਰਨਾ ਕਿ ਯਾਰ ਅਗਰ ਮੈਂ ਬਹੁਤ ਵਧੀਆ ਅੰਗਰੇਜ਼ੀ ਬੋਲਾਂਗਾ ਤਾਂ ਮੈਨੂੰ ਵੀਜ਼ਾ ਮਿਲੇਗਾ। ਦੇਖੋ, ਸਾਡੀ ਪਿਛਲੇ 15 ਸਾਲ ਦੀ ਪ੍ਰੈਕਟਿਸ 'ਚ ਮੈਂ ਇੱਕ ਚੀਜ਼ ਦੇਖੀ ਕਿ USA ਜਿਹੜਾ ਹੈ, ਦੇ ਯੂਜੂਅਲੀ ਟੇਕ 5 to 7 minutes ਟੂ ਗਿਵ ਦਾ ਡਿਸੀਜ਼ਨ, ਠੀਕ ਹੈ। ਔਰ ਉਹ 5-7 ਮਿੰਟ ਦੇ ਵਿੱਚ ਬੱਚੇ ਦੀ ਇੰਟਰੋਡਕਸ਼ਨ ਵੀ ਹੈ, ਵੀਜ਼ਾ ਆਫਿਸਰ ਨੇ I-20 ਵੀ ਚੈੱਕ ਕਰਨੀ ਹੈ, ਯੂਨੀਵਰਸਿਟੀ ਦੀ ਰੈਂਕਿੰਗ ਵੀ ਚੈੱਕ ਕਰਨੀ ਹੈ, ਫਾਰਮ ਵੀ ਚੈੱਕ ਕਰਨਾ, ਯਾਨੀ 3-3.5 ਮਿੰਟ ਤਾਂ ਉਹਦੇ ਵਿੱਚ ਹੀ ਨਿਕਲ ਜਾਂਦੇ ਆ। 4 ਜਾਂ 5 ਸਵਾਲ, why do you want to go to USA, why choose this university, why not any other country, ठीक है, और who is your sponsor, what is your parents, these kind of questions, what is your goal in future। ਤਾਂ ਹੁਣ ਅਗਰ ਅੰਗਰੇਜ਼ੀ ਦੀ ਗੱਲ ਕਰਾਂ ਤਾਂ ਇਹ 4-5 ਦਾ ਸਵਾਲ 10ਵੀਂ ਦਾ ਬੱਚਾ ਵੀ ਆਨਸਰ ਕਰ ਲੇਗਾ, ਬਟ ਨਹੀਂ, ਉਹ ਚੈੱਕ ਕਰਦੇ ਆ IQ ਲੈਵਲ, ਠੀਕ ਹੈ, ਔਰ ਬੱਚੇ ਦੀ ਪ੍ਰੈਜੈਂਟੇਸ਼ਨ, ਬੱਚੇ ਦਾ ਲੈਵਲ ਆਫ ਕੌਨਫੀਡੈਂਸ, ਬੱਚੇ ਦੀ ਬਾਡੀ ਲੈਂਗੁਏਜ। ਹੁਣ ਇਹ ਚੀਜ਼ ਜਿਹੜੀ ਅਗਰ ਵਿਸ਼ਵਾਸ ਇੰਟਰਨੈਸ਼ਨਲ ਦੀ ਗੱਲ ਕਰਾਂ, ਸਪੈਸ਼ਲੀ ਅਗਰ ਤੁਸੀਂ ਮੇਰੇ ਥਰੂ ਜਾਂ ਮੇਰੀ ਕੰਪਨੀ ਦੇ ਥਰੂ, ਵਿਸ਼ਵਾਸ ਇੰਟਰਨੈਸ਼ਨਲ ਦੇ ਥਰੂ ਆਪਦਾ US ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਅਸੀਂ 100% ਪੇਮੈਂਟ ਆਫਟਰ ਵੀਜ਼ਾ ਤੋਂ ਬਾਅਦ ਕਰਾਂਗੇ। ਵੀ ਵਿਲ ਨਾਟ ਚਾਰਜ ਈਵਨ ਅ ਸਿੰਗਲ ਪੈਨੀ। ਐਮਬੈਸੀ ਫੀਸ ਵੀ ਨਹੀਂ, ਐਮਬੈਸੀ ਫੀਸ ਵੀ ਨਹੀਂ, ਸਰਵਿਸ ਫੀਸ ਵੀ ਨਹੀਂ, I-20 ਦੇ ਚਾਰजेस ਵੀ ਨਹੀਂ, ਨਥਿੰਗ। ਸਿਰਫ ਅੱਛਾ, ਨਹੀਂ ਬਾਕੀ ਕੀ ਕਰ ਰਹੇ ਆ? ਸਰਵਿਸ ਫੀਸ ਜਾਂ I-20 ਚਾਰजेस ਦੇ ਦਿਓ, ਨਥਿੰਗ, ਜ਼ੀਰੋ ਚਾਰजेस। ਕਿਉਂਕਿ ਫੀਸ ਤਾਂ ਪਹਿਲਾਂ ਜਾਂਦੀ ਨਹੀਂ ਹੈ। ਪਹਿਲਾਂ ਫੀਸ ਜਾਂਦੀ ਨਹੀਂ, 90% ਯੂਨੀਵਰਸਿਟੀਜ਼ 'ਚ ਨਹੀਂ ਜਾਂਦੀ, ਕੁਝ 10% ਯੂਨੀਵਰਸਿਟੀਜ਼ ਹਨ ਜਿਹੜੀ $2,000 ਜਾਂ $3,000 ਲੈਂਦੇ ਆ। ਔਰ ਉਹਦੇ ਵਿੱਚ ਕੀ ਹੈ ਕਿ ਬਟ ਆਪਾਂ ਕਿਤੇ ਨਾ ਕਿਤੇ ਥੋੜੇ ਚੂਜ਼ੀ ਰਵਾਂਗੇ, ਠੀਕ ਹੈ, ਇਹਦੇ ਬਿਕਾਜ਼ ਵੀ ਲੱਗਦਾ ਵਾਂਟ ਵੀ ਟੂ ਵਰਕ ਫॉर USA ਵੀਜ਼ਾ। ਨੂੰ ਲੈ ਕੇ ਹਲੇ ਅਵੇਅਰਨੈਸ ਦੀ ਘਾਟ ਹੈ ਵੀ ਬੱਚੇ ਕਾਫੀ USA ਲਈ ਐਲੀਜੀਬਲ ਨੇ। ਉਹਦਾ ਬਿਲਕੁਲ ਬੱਚੇ ਐਲੀਜੀਬਲ ਹੈ, ਬੱਚੇ ਕੈਨ ਕ੍ਰੈਕ ਦਾ ਇੰਟਰਵਿਊ, ਬੱਚੇ ਕੈਨ ਟੇਕ ਦਾ ਵੀਜ਼ਾਸ। ਆਪਾਂ ਲੈ ਰਹੇ ਹਾਂ, ਮੇਰੇ ਕੋਲ ਰੀਸੈਂਟ ਵੀਜ਼ਾਸ ਹੈਗੇ ਆ, ਲੇਕਿਨ ਆਪਾਂ ਉਹਨਾਂ ਨੂੰ ਹਾਲੇ ਕਿਸੇ ਵੀ ਸੋਸ਼ਲ ਮੀਡੀਆ ਤੇ ਕਿਸੇ ਵੀ ਚੀਜ਼ 'ਤੇ ਪ੍ਰਮੋਟ ਨਹੀਂ ਕਰ ਰਹੇ, ਕਿਉਂਕਿ ਇਹ ਮਤਲਬ ਜਸਟ ਲਾਈਕ ਫੀਮ ਨੂੰ ਆਪਾਂ, ਬੱਚਾ ਸਾਡੇ ਕੋਲ ਆਪਣੇ ਆਪ ਆ ਰਿਹਾ, ਚੁੱਪ-ਚਾਪ ਕੰਮ ਕਰ ਰਹੇ। ਰੀਜ਼ਨ ਬੀਇੰਗ, ਜਦੋਂ ਤੁਹਾਨੂੰ ਇਹ ਆਪਸ਼ਨ ਮਿਲਦੀ ਹੈ, ਘੱਟ ਅਵੇਅਰਨੈਸ ਦਾ ਹੋਣ ਦਾ ਕਾਰਨ ਇਹ ਹੈ ਕਿ ਸਟੂਡੈਂਟ ਜਿਹੜਾ ਨਾ, ਹਰਿਆਣਾ ਪੰਜਾਬ ਦਾ ਸਟੂਡੈਂਟ ਅੰਦਰੋਂ ਕੌਨਫੀਡੈਂਟ ਨਹੀਂ ਹੈ, ਕਿਉਂਕਿ ਉਹਨੂੰ ਕੈਨੇਡਾ ਵਰਗਾ ਮੁਲਕ ਬਿਨਾਂ ਇੰਟਰਵਿਊ ਦੇ ਵੀਜ਼ਾ ਦੇ ਰਿਹਾ। ਕੈਨੇਡਾ ਵਰਗੇ ਮੁਲਕ 'ਚ ਤੁਹਾਨੂੰ ਇਹ ਫੈਸਿਲਿਟੀ ਮਿਲ ਰਹੀ ਹੈ ਕਿ ਹਾਂ ਬਿਲਕੁਲ ਗੁਆਂਢੀ ਮੁਲਕ ਹੈ, PR ਤੇ ਆਪਸ਼ਨਸ ਹੈ। ਔਰ ਫਿਰ ਕਿਤੇ ਨਾ ਕਿਤੇ ਲੋਕਾਂ ਦਾ ਮਾਈਂਡ ਸੈਟ ਹੈ ਕਿ US 'ਚ PR ਨਹੀਂ ਹੁੰਦੀ। ਅਵੇਅਰਨੈਸ ਲਈ ਤੁਸੀਂ ਕੋਈ ਸਟੈਪ ਚੱਕ ਰਹੇ ਹੋ ਵੀ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ? ਦੇਖੋ, ਅਸੀਂ ਫਿਲਹਾਲ ਤੇ ਰੈਫਰੈਂਸ ਬੇਸਿਸ ਤੇ ਕਰ ਰਹੇ ਹਾਂ, ਔਰ ਇਸ ਤੋਂ ਵੱਡੀ ਹੋਰ ਅਵੇਅਰਨੈਸ ਕੀ ਹੋਏਗੀ ਕਿ ਮੈਂ ਜਦੋਂ ਕੋਈ ਸੈਮੀਨਾਰ ਵਗੈਰਾ ਜਾਂ ਕੁਝ ਸੈਮੀਨਾਰ ਸਾਡੇ ਹੁਣ ਕੰਡਕਟ ਕੀਤੇ ਜਾਣੇ, ਉਹਦੀ ਡਿਟੇਲ ਸ਼ਾਇਦ ਤੁਹਾਨੂੰ ਟੀਮ ਨੇ ਜੀ ਉਹ ਸਟਾਲ ਰੂਪ ਤੇ ਚੱਲ ਵੀ ਰਹੀ ਹੈ ਜੀ ਤੁਹਾਡੇ ਅੱਗੇ। ਹਰ ਸਾਲ ਦੀ ਤਰ੍ਹਾਂ ਸੈਮੀਨਾਰ ਇਸ ਵਾਰ ਵੀ ਕਰ ਰਹੇ ਹਾਂ, ਬਟ ਇਸ ਸਾਲ ਜਿਹੜੇ ਸੈਮੀਨਾਰ ਹੈ ਹੋਟਲਸ ਦੇ ਨਹੀਂ, ਅੰਦਰ ਨਹੀਂ ਪੋਸੀਬਲ ਹੈਗੇ, ਆਫਿਸਿਸ ਦੇ ਵਿੱਚ ਹੈ। ਆਫਿਸ ਦੇ ਵਿੱਚ 5 ਤਰੀਕ ਨੂੰ ਜਲੰਧਰ ਹੈਗਾ, ਔਰ ਉਸ ਤੋਂ ਬਾਅਦ ਵੈਸੇ ਤਾਂ ਸਕਰੋਲ ਰੂਪ 'ਚ ਚੱਲ ਰਿਹਾ ਹੈ ਜੀ, ਤੁਸੀਂ ਇਹਦਾ ਨੋਟ ਕਰ ਸਕਦੇ। ਉਸ ਤੋਂ ਬਾਅਦ ਬਠਿੰਡਾ ਦਾ ਸੈਮੀਨਾਰ ਹੈ, 14 ਨੂੰ ਇਸਮਾਇਲਾਬਾਦ ਹੈ, 15 ਨੂੰ ਨਰਵਾਨਾ, ਔਰ ਅੰਬਾਲਾ ਦੀ ਡੇਟ ਆਈ ਡੋਂਟ ਸਟਿਲ ਰਿਮੈਂਬਰ, ਬਟ ਸਕਰੋਲ 'ਚ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਡੇਟਸ ਜਿਹੜੀਆਂ ਹੈਗੀਆਂ। ਕੀ ਬੈਨੀਫਿਟ ਦੇਖਦੇ ਹੋ, ਕਿਹਨਾਂ ਨੂੰ ਸੱਦਾ ਦੇਣਾ ਚਾਹੁੰਦੇ ਹੋ ਇਹ ਸਭ? ਸਰ ਜੀ, ਉਹ ਸਟੂਡੈਂਟ ਦੋਜ਼ ਆਰ ਐਲੀਜੀਬਲ ਟੂ ਗੈਟ देयर ਵੀਜ਼ਾ ਫॉर ਐਨੀ ਕੰਟਰੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਸ਼ਵਾਸ ਇੰਟਰਨੈਸ਼ਨਲ ਦੀ ਸਪੈਸ਼ਲਿਟੀ ਇਹ ਹੈ, ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ, ਠੀਕ ਹੈ, ਤੁਸੀਂ ਰੀਅਪਲਾਈ ਕਰਨਾ ਚਾਹੁੰਦੇ ਹੋ, ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਆਪਣਾ US ਦਾ ਵੀਜ਼ਾ ਪ੍ਰੋਸੈਸ ਕਰਨਾ ਚਾਹੁੰਦੇ ਹੋ, ਤੁਸੀਂ UK ਫੁੱਲ ਪੇਮੈਂਟ ਆਫਟਰ ਵੀਜ਼ਾ ਕਰਨਾ ਚਾਹੁੰਦੇ ਹੋ, ਕੈਨੇਡਾ ਦੇ ਅੰਦਰ ਅਸੀਂ ਸੈਮੀਨਾਰਸ ਦੇ ਅੰਦਰ ਆਉਣ ਵਾਲੇ ਬੱਚਿਆਂ ਨੂੰ ਸਪੈਸ਼ਲ ਬੈਨੀਫਿਟ ਇਹ ਦੇ ਰਹੇ ਹਾਂ ਕਿ ਐਪਲੀਕੇਸ਼ਨ ਚਾਰजेस ਵੇਵਰ ਰਹਿਣਗੇ, ਕੋਈ ਕੰਸਲਟੇਸ਼ਨ ਚਾਰजेस ਨਹੀਂ ਲਿੱਤੇ ਜਾਣਗੇ, ਠੀਕ ਹੈ। ਇਹ ਸਿਰਫ US ਲਈ ਰਹੇਗਾ ਸੈਮੀਨਾਰ? ਨਹੀਂ ਸਰ, ਇਹ US, ਕੈਨੇਡਾ ਔਰ UK ਨੂੰ ਆਪਾਂ ਸਪੈਸ਼ਲੀ ਹਾਈਲਾਈਟ ਕਰ ਰਹੇ ਹਾਂ, ਕਿਉਂਕਿ ਆਸਟ੍ਰੇਲੀਆ ਦੇ ਬਾਰਡਰਸ ਬੰਦ ਹੈ, ਇਸ ਕਰਕੇ ਕੋਈ ਮੈਨੂੰ ਲੱਗਦਾ ਕਿ ਸਟੂਡੈਂਟਸ ਆਰ ਆਲਸੋ ਨਾਟ ਵਿਲਿੰਗ ਟੂ ਗੋ ਦੇਅਰ। ਹੁਣ ਤੱਕ ਅਸੀਂ USA ਦੀ ਗੱਲ ਕੀਤੀ ਹੈ, ਕੈਨੇਡਾ ਦੀ ਗੱਲ ਕੀਤੀ ਹੈ, ਵਿਸ਼ਵਾਸ ਇੰਟਰਨੈਸ਼ਨਲ ਜਿਹੜੇ ਸਾਡੇ ਨਾਲ ਪੁਰਾਣੇ ਦਰਸ਼ਕ ਨੇ ਜੁੜੇ ਹੋਏ, ਉਹਨਾਂ ਨੂੰ ਪਤਾ ਹੋਏਗਾ ਵੀ ਇਹਨਾਂ ਦਾ ਆਪਣੇ ਆਫਿਸ UK ਦੇ ਵਿੱਚ ਵੀ ਹੈਗਾ, ਤੇ ਜੇ UK ਨੂੰ ਲੈ ਕੇ ਗੱਲ ਨਾ ਹੋਈ ਤਾਂ ਫਿਰ ਉਹ ਬਣਨੀ ਨਹੀਂ। ਔਰ UK ਦੇ ਵਿੱਚ ਵੀ ਅੱਜ ਦੇ ਡੇਟ 'ਚ ਵਿਸ਼ਵਾਸ ਇੰਟਰਨੈਸ਼ਨਲ ਫੁੱਲ ਪੇਮੈਂਟ ਆਫਟਰ ਵੀਜ਼ਾ ਦੇ ਅੰਦਰ ਆਪਸ਼ਨਸ ਦੇ ਰਿਹਾ, ਪਰ ਐਡਸ ਹੋ ਰਹੀਆਂ ਨੇ ਵਿਦਆਊਟ ਆਇਲਸ UK ਜਾਓ, ਵਿਦਆਊਟ ਇੰਟਰਵਿਊ UK ਜਾਓ। ਇੰਟਰਵਿਊ ਇਜ਼ ਨਾਟ ਦੈਟ ਜਿਹੜਾ ਫੇਵਰ ਜਾਂ ਹੈਂਡ ਆਫ ਏਜੰਟ, ਉਹ ਰੈਂਡਮਲੀ ਪਿਕ ਕਰਨਾ ਹਾਈ ਕਮਿਸ਼ਨ, ਕਿੱਦਾਂ ਇਹ ਐਡ ਹੋ ਰਹੀ ਹੈ? ਹਾਈ ਕਮਿਸ਼ਨ ਦਾ ਇੰਟਰਵਿਊ ਜਿਹੜਾ ਹੈ ਸੈਕੰਡਰੀ ਪਾਰਟ ਹੈ, ਪ੍ਰਾਇਮਰੀ ਪਾਰਟ देयर व्हिच इज मैंडेटरी नाउ डेज
every university, every course provider, they will definitely conduct a credibility interview for every single student. ਹੁਣ ਉਹਨਾਂ ਨੇ ਉਹ ਪਹਿਲੇ ਹੀ ਦੇਖ ਸਵਾਲ ਮੈਂ ਜਿਸ ਤਰ੍ਹਾਂ ਹੁਣੇ 10 ਮਿੰਟ ਪਹਿਲੇ ਆਪਣੀ ਗੱਲ ਹੋ ਰਹੀ ਸੀ, ਦੇ ਆਰ ਨਾਟ ਲਾਈਕ ਕੈਨੇਡਾ ਕਿ ਤੁਸੀਂ ਆਇਲਸ ਕਰ ਲਈ ਤੇ ਸਟੈਂਪਿੰਗ ਹੋ ਗਈ। ਮੈਂ ਗਾਰੰਟੀ ਕਰਦਾ ਕੈਨੇਡਾ ਦੇ ਅੰਦਰ ਐਸਾ ਬੱਚਾ ਪਹੁੰਚਿਆ ਹੈ ਜਿਹਨਾਂ ਨੂੰ 6 ਬੈਂਡ ਹੈ, ਉਹਨੇ 2 ਸਾਲ ਲਗਾਏ 6 ਬੈਂਡ ਲੈਣ 'ਚ, ਬਟ ਦੇ ਆਰ ਨਾਟ ਏਬਲ ਟੂ ਸਪੀਕ ਈਵਨ ਅ ਸਿੰਗਲ ਲਾਈਨ ਇਨ ਇੰਗਲਿਸ਼ ਲੈਂਗੁਏਜ। ਠੀਕ ਹੈ, ਉਹੀ ਚੀਜ਼ਾਂ ਪ੍ਰੋਬਲਮੈਟਿਕ ਹੁੰਦੀਆਂ ਬਾਅਦ ਚੋਂ। ਬਟ ਯੂਕੇ ਹੁਣ ਕੀ ਕਰ ਰਿਹਾ, ਯੂਨੀਵਰਸਿਟੀ ਕ੍ਰੈਡੀਬਿਲਿਟੀ ਇੰਟਰਵਿਊ ਕਰ ਰਹੀ ਹੈ, ਹਾਰਡਲੀ ਮੈਟਰ ਤੁਹਾਡਾ ਆਇਲਸ ਹੈ ਕਿ ਨਹੀਂ ਹੈ। ਨੋ ਡਾਊਟ ਦੇ ਵਿਲ ਕੰਡਕਟ ਯੋਰ ਇੰਟਰਵਿਊ, ਦੇ ਵਿਲ ਰਿਲੀਜ਼ ਯੋਰ ਕੰਡੀਸ਼ਨਲ offer letter on the basis of your academic documents। ਅਗਰ ਤੁਹਾਡੇ ਹੈ ਹੀ 33 35 40 45% ਤੇ ਉਹ ਆਪਾਂ ਪਹਿਲੇ ਹੀ ਨਹੀਂ ਪ੍ਰੋਸੈਸ ਕਰਨਗੇ। ਬਟ otherwise they will release your offer letter with the condition of credibility interview, and credibility interview conduct by the goras ਜੋ ਉਹਨਾਂ ਦੇ ਉੱਥੇ ਆਪਣੇ ਇੰਟਰਨੈਸ਼ਨਲ ਬੰਦੇ ਆ, ਕਈ ਵਾਰ ਇੰਡੀਅਨ ਟੀਮ ਲੈਂਦੀ ਹੈ, ਬਟ ਸੈਕੰਡ ਰਾਊਂਡ ਜਿਹੜਾ ਉਹਨਾਂ ਦੇ ਵੱਲੋਂ ਕੰਡਕਟ ਕੀਤਾ ਜਾਂਦਾ। ਉਹਦੇ ਵਿੱਚ ਸਟੂਡੈਂਟਸ ਦੋਜ਼ ਆਰ ਏਬਲ ਟੂ ਕਰੈਕ ਕ੍ਰੈਡੀਬਿਲਿਟੀ ਇੰਟਰਵਿਊ। ਉਹਨਾਂ ਦਾ ਅਗਰ ਕੱਲ ਨੂੰ ਹਾਈ ਕਮਿਸ਼ਨ ਵੱਲੋਂ ਇੰਟਰਵਿਊ ਆ ਵੀ ਜਾਂਦਾ, ਰੈਂਡਮ ਇੰਟਰਵਿਊ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਉਹ 'ਚੋਂ ਵੀ 90% ਬੱਚਾ ਕਰੈਕ ਕਰ ਲੈਂਦਾ ਕਿਉਂਕਿ ਉਹ ਆਲਰੇਡੀ ਉਸ ਪ੍ਰੋਸੈਸ ਤੋਂ ਗੁਜ਼ਰ ਚੁੱਕਿਆ ਹੈ। ਜਿਸ ਤਰ੍ਹਾਂ ਕਿ ਮੈਂ ਉਹੀ ਗੱਲ ਮੈਂ ਤੁਹਾਨੂੰ ਹੁਣੇ 10 ਮਿੰਟ ਪਹਿਲਾਂ ਐਗਜ਼ਾਮਪਲ ਦੇ ਰਿਹਾ ਸੀ। ਵੀ ਕਈ ਦੇ ਰਹੇ ਆ ਵੀ ਅਸੀਂ ਜਿਹੜੇ ਯੂਨੀਵਰਸਿਟੀ 'ਚ ਐਡਮਿਸ਼ਨ ਕਰਾਵਾਂਗੇ ਇੰਟਰਵਿਊ ਹੀ ਨਹੀਂ ਕਰੇਗੀ ਤੁਹਾਡੀ। ਸਰ ਜੀ ਦੇਰ ਆਰ ਸਰਟੇਨ ਯੂਨੀਵਰਸਿਟੀਜ਼ those are ਤਾਂ ਫਿਰ ਉਹ ਬੱਚਾ ਕੌਨਫੀਡੈਂਸ ਕਿਵੇਂ ਹੋਏਗਾ? ਕੌਨਫੀਡੈਂਸ ਨਹੀਂ ਹੋਗਾ, ਉਹਦਾ ਰੱਬ ਰੱਖਾ ਜੇ ਹਾਈ ਕਮਿਸ਼ਨ ਤੋਂ ਇੰਟਰਵਿਊ ਆ ਗਿਆ ਤਾਂ ਉੱਡ ਗਿਆ, ਉਹ ਤੁੱਕਾ ਹੀ ਹੈ। ਤੁੱਕਾ ਹੀ ਹੈ। ਔਰ ਉਹਨਾਂ ਨੇ ਪੈਸੇ ਲੈ ਲੈਣੇ ਆਪਣੇ 10 20 30 ਹਜ਼ਾਰ ਇੱਦਾਂ ਲੈ ਲਏ, ਫੰਡਾਂ ਦੇ ਲੈ ਲਏ, 1 1.5 ਲੱਖ ਰੁਪਇਆ ਹਾਈ ਕਮਿਸ਼ਨ ਦੀ ਫੀਸ ਗਈ, ਫੀਸ ਭਰਵਾਤੀ, ਬੱਚਾ 2-3 ਲੱਖ ਰੁਪਏ ਦੇ ਥੱਲੇ ਲੱਗ ਗਿਆ। ਤਾਂ ਹੀ ਮੈਂ ਕਹਿ ਰਿਹਾ ਕਿ ਦੇਖੋ ਅਸੀਂ ਪੇਮੈਂਟ ਆਫਟਰ ਵੀਜ਼ਾ ਜ਼ਰੂਰ ਕਰਦੇ ਹਾਂ, ਬਟ ਸਿਲੈਕਟਿਵ ਹੋ ਗਈ ਹੁਣ ਕੰਪਨੀ। ਕਿਉਂਕਿ ਦੇਖੋ ਜਦੋਂ ਤੱਕ ਇੱਦਾਂ ਸੀਗਾ ਕਿ ਵੀ 10 ਸਾਲ ਦੇ ਗੈਪ ਵਾਲਾ ਬੱਚਾ ਵੀ ਨਿਕਲਦਾ ਸੀਗਾ, ਵੀ ਆਲਸੋ ਡਿਡ। ਆਪਾਂ ਕੀਤਾ ਬੀਇੰਗ ਅ ਬਿਜ਼ਨਸਮੈਨ, ਆਪਾਂ ਕਿਉਂ ਛੱਡੀਏ? ਆਪਾਂ ਸਾਨੂੰ ਅਗਰ ਹਾਈ ਕਮਿਸ਼ਨ ਵੀਜ਼ਾ ਦੇ ਰਿਹਾ, ਬਟ ਹੁਣ ਅਗਰ ਚਾਹੇ ਗੱਲ ਅਮਰੀਕਾ ਦੀ ਕਰੀਏ, ਚਾਹੇ ਗੱਲ ਕੈਨੇਡਾ ਦੀ ਕਰੀਏ, ਚਾਹੇ ਗੱਲ ਇੰਗਲੈਂਡ ਦੀ ਕਰੀਏ, ਵੀਜ਼ਾ ਤੋਂ ਬਾਅਦ ਪੇਮੈਂਟ ਲਿੱਤੀ ਜਾ ਰਹੀ ਹੈ। ਬਿਲਕੁਲ ਇੱਕ ਪੈਸਾ ਤੁਹਾਨੂੰ ਪਹਿਲੇ ਨਹੀਂ ਦੇਣਾ। ਅਸੀਂ ਆਫਰ ਲੈਟਰ ਦੇ ਚਾਰजेस ਕੈਨੇਡਾ ਵਿੱਚ ਵੇਵਰ ਕਰ ਰਹੇ ਹਾਂ, ਕੰਸਲਟੇਸ਼ਨ ਨਹੀਂ ਲੈ ਰਹੇ, ਬਟ ਐਂਡ ਆਫ ਦਾ ਮੂਵਮੈਂਟ ਵੀ ਵਾਂਟ ਟੂ ਵਰਕ ਫॉर ਵੀਜ਼ਾ। ਲੱਗਦਾ ਵੀ ਇਹ ਜਿਹੜਾ ਚੱਲਿਆ ਸਿਸਟਮ ਪੈਕੇਜ ਵਾਲਾ, ਇਹ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਸਿਰਫ ਨਾਰਥ ਇੰਡੀਆ ਦੇ ਵਿੱਚ ਹੀ ਜ਼ਿਆਦਾ, ਹੋਰ ਪਾਸੇ ਇਹ ਸਿਸਟਮ ਹੈ ਨਹੀਂਗਾ। ਸਾਊਥ 'ਚ ਤਾਂ ਅਗਰ ਸਾਡੇ ਬੰਬੇ ਤੋਂ ਵੀ ਕੁਝ ਕਲਾਇੰਟਸ ਹੈ, ਦਿੱਲੀ ਤੋਂ ਵੀ ਕੁਝ ਕਲਾਇੰਟਸ ਹੈ, ਉਹਨਾਂ ਨੂੰ ਅਗਰ ਉਹ ਕਈ ਵਾਰ ਪੋਸਟ ਦੇਖ ਲੈਂਦੇ ਆ ਸਾਡੇ ਪੇਜ ਤੇ ਕਿ ਸਰ ਵਾਟ ਇਜ਼ ਦਾ ਮੀਨਿੰਗ ਆਫ ਫੁੱਲ ਪੇਮੈਂਟ ਆਫਟਰ ਵੀਜ਼ਾ, ਉਹ ਕਹਿੰਦੇ ਕਿ ਬਈ ਕਿਆ ਤੁਸੀਂ ਕੋਈ ਲੋਨ ਸ਼ੋਨ ਕਰਾਉਂਦੇ ਆ ਜਿਹੜਾ ਜਾ ਕੇ ਪੇ ਕਰਨਾ, ਵੀ ਸਾਡੀ ਕੋਈ ਰਿਸ਼ਤੇਦਾਰੀ ਵੀ ਤੁਸੀਂ ਸਾਡੀ ਫੀਸ ਭਰਨ ਲੱਗੇ। ਇਹ ਬੇਸਿਕਲੀ ਇਹਦੇ ਵੀ ਇੱਕ ਵਜ੍ਹਾ ਰਹੀ ਜਦੋਂ ਨਾਨ ਐਕਸਪੀਰੀਅੰਸਡ ਬੰਦੇ ਇਹਦੇ ਲਾਈਨ ਦੇ ਵਿੱਚ ਜੁੜੇ, ਉਹਨਾਂ ਨੇ ਫਾਈਲਾਂ ਤੁੱਕੇ ਨਾਲ ਲਾਉਣੀਆਂ ਸ਼ੁਰੂ ਕੀਤੀਆਂ। ਜਿਵੇਂ ਅਸੀਂ ਗੱਲ ਕੀਤੀ, ਨੁਕਸਾਨ ਹੋਇਆ ਬੰਦਿਆਂ ਦਾ 2-2 ਲੱਖ 3-3 ਲੱਖ ਇੱਕ ਫਾਈਲ 'ਚੋਂ ਨੁਕਸਾਨ ਹੁੰਦਾ ਗਿਆ। ਫਿਰ ਕਿਤੇ ਨਾ ਕਿਤੇ ਡਰ ਜਾਂਦਾ ਬੰਦਾ, ਉਹ ਕਹਿੰਦਾ ਨਹੀਂ ਯਾਰ ਵੀਜ਼ਾ ਆਏਗਾ ਤਾਂ ਪੈਸੇ ਦੇ ਦਿਆਂਗੇ, ਤੁਸੀਂ ਵੱਧ ਲੈ ਲਿਓ, ਬਟ ਪਹਿਲੇ ਵੀਜ਼ਾ ਤਾਂ ਦਵਾ ਕੇ ਦਿਓ, ਐਵੇਂ ਤੁੱਕਾ ਹੀ ਨਾ ਲਾਏ ਜਾਏ ਸਾਡੀ ਫਾਈਲ 'ਤੇ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਅਵੇਅਰ ਰਹਿਣ ਦੀ ਲੋੜ ਹੈ। 2021 ਵਾਲੇ ਬੱਚੇ ਹੁਣ ਜਿਨ੍ਹਾਂ ਨੇ ਅਪਲਾਈ ਕਰਨਾ ਹੈ, ਆਇਲਸ ਸੈਂਟਰ ਵੀ ਖੁੱਲ੍ਹ ਚੁੱਕੇ ਨੇ, ਬੜਾ ਸੋਚ ਸਮਝ ਕੇ ਡਿਸੀਜ਼ਨ ਲਿਓ। ਸੈਮੀਨਾਰ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਸਕਰੋਲ ਰੂਪ 'ਚ ਤੁਹਾਡੇ ਸਾਰੀ ਜਾਣਕਾਰੀ ਪਹੁੰਚ ਰਹੀ ਹੈ, ਜਾਂ ਉਸ ਨੰਬਰ 'ਤੇ ਕਾਲ ਕਰਕੇ ਜਿਹੜਾ ਟੀਵੀ ਸਕਰੀਨ 'ਤੇ ਫਲੈਸ਼ ਹੋ ਰਿਹਾ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਜੀ, ਬਟ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਭਾਈ, ਸਤਿ ਸ਼੍ਰੀ ਅਕਾਲ, ਥੈਂਕ ਯੂ। ਧੰਨਵਾਦ ਸਾਰੇ ਦਰਸ਼ਕਾਂ ਦਾ ਜੀ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।